ਸਾਲਾਂ ਤੋਂ ਇਸ ਪਾਰਕ 'ਚ ਰਹਿੰਦੇ ਜੀ, ਕਿਸੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਵੀ ਹੁਣ ਸਾਰੇ ਅਫਸਰ ਹੀ ਲੱਗੇ ਨੇ? ਇਹ ਆ ਚੰਡੀਗੜ੍ਹ ਵਾਲੇ ਆਉਂਦੇ ਆ ਕੇ ਕੋਰਟ ਦੇ ਵਿੱਚ ਪੇਸ਼ ਹੋਏ ਆ, ਇੱਥੇ ਸੈਸ਼ਨ ਕੋਰਟ 'ਚ ਕੇਸ ਕੀਤਾ। ਕਿਸ ਚੀਜ਼ ਦਾ? ਕੇਸ ਵੀ ਬਲਕਿ ਇਹਦਾ ਸਮਾਨ ਚੱਕ ਕੇ ਪਾਰੇ ਕਿ ਸਿੱਟ ਕੇ ਤੇ ਉੱਥੇ ਅੱਗ ਲਾਤੀ ਸੀਗੀ। ਇਹ ਕਿਹਨਾਂ ਨੇ ਲਾਈ ਹੈ ਅੱਗ? ਇਹਨੇ ਹੁਸ਼ਿਆਰਪੁਰ ਵਾਲੀ ਨੇ। ਤੁਹਾਡੀ ਭੈਣ ਨੇ ਹੀ ਲਾਤੀ ਆ? ਹਾਂ, ਉਹ ਭੈਣ ਨੇ ਕਿਉਂ ਇਦਾਂ ਕੀਤਾ ਤੁਹਾਡੇ ਨਾਲ? ਉਹਨੇ ਕਿਉਂਕਿ ਫਾਦਰ ਜੀ ਕਹਿੰਦੇ ਕਿ ਵੜ ਦੇਣੀ ਆ ਮੈਂ। ਅੱਛਾ। ਵੀ ਉਹਨੇ ਫਿਰ ਲਵ ਮੈਰਿਜ ਕਰਾ ਕੇ ਇਹਨਾਂ ਦਾ ਵੜ ਗਈ ਆ ਬਿਨਾਂ ਮਰਜ਼ੀ ਤੋਂ। ਭਰਾ ਦੇ ਨਾਂ ਤੇ ਆ ਇਹ ਕਿ ਕਿਹਦੇ ਨਾਂ ਤੇ? ਇਹ ਮਾਂ ਦੇ ਨਾਂ ਤੇ ਚੱਲਦੀ ਹੁਣ। ਤੁਹਾਨੂੰ ਕਿਉਂ ਨਹੀਂ ਰਹਿਣ ਦਿੰਦੇ ਇੱਥੇ? ਇਹ ਫਾਦਰ ਦੇ ਨਾਂ ਸੀ ਨਾ ਪਹਿਲਾਂ। ਹਾਂ। ਇਹਨੇ ਆ ਕੇ ਤੇ ਜਾਲੀ ਕਾਗਜ਼ ਬਣਾ ਕੇ ਜਾਲੀ ਕਾਗਜ਼ ਫਾਦਰ ਨੂੰ ਦੇ ਦਿੱਤੀ ਜ਼ਹਿਰ। ਕਿਹਨੇ ਦਿੱਤੀ ਜ਼ਹਿਰ? ਹੁਸ਼ਿਆਰਪੁਰ ਵਾਲੀ ਨੇ। ਭੈਣ ਨੇ ਹੀ ਆਪਣੇ ਪਿਓ ਨੂੰ ਜ਼ਹਿਰ ਦੇਤਾ? ਇਹ ਉਹਨੇ ਇੱਕ ਆਪਣੀ ਬੰਦਨਾ ਨਾਂ ਦੀ ਔਰਤ ਸੀਗੀ, ਉਹਨੂੰ ਕਿਰਾਏਦਾਰ ਵਾੜਤਾ ਸੀ ਇੱਥੇ। ਉਹਨੇ ਜਾ ਕੇ ਉਹਨੇ ਰਾਤੋਂ ਰਾਤ ਹੀ ਰੋਟੀ ਰਾਤ ਨੂੰ ਦੇ ਕੇ ਜਾਂਦੇ ਖਾਣ ਨੂੰ। ਰੋਟੀ ਦੇ ਵਿੱਚ ਕੋਈ ਮਿਲਾਤਾ। ਚਰਨਜੀਤ ਹੋਣੀ ਕਹਿੰਦੇ ਵੀ ਇਹ ਤਾਂ ਤੁਹਾਡਾ, ਤੁਸੀਂ ਕਿਤੇ ਗਏ ਸੀਗੇ ਉੱਥੇ ਟ੍ਰੇਨ 'ਚੋਂ ਡਿੱਗਣ ਕਾਰਨ ਤੁਹਾਡੀ ਲੱਤ ਟੁੱਟ ਗਈ। ਰਾਜਸਥਾਨ ਗਿਆ ਹੈਗਾ ਜੈਪੁਰ। ਹਾਂ। ਤੇ ਤੁਹਾਡੇ ਭਰਾ ਨੇ ਤੁਹਾਡੇ ਨੇ ਆ ਕੇ ਇੱਥੇ ਆ ਕੇ ਇਲਾਜ ਕਰਾਇਆ ਸੀ? ਉਹਨੇ ਨਹੀਂ ਇਲਾਜ ਕਰਾਇਆ, ਤਾਂ ਮਾਂ ਨੇ ਕਰਾਇਆ ਸੀ। ਇੱਥੇ ਹੀ ਰਹਿੰਦੇ ਹੋ? ਇੱਥੇ ਇਸੇ ਜਗ੍ਹਾ ਤੇ ਰਹਿੰਦੇ ਹੋ? ਇੱਥੇ ਪੈਂਦੇ ਹੋ ਰਾਤ ਨੂੰ ਵੀ? ਹੁਣ ਉਹਨੇ ਦੁਕਾਨ ਖੋਲ੍ਹਣੀ ਸੀ, ਉਹਨੇ 2 ਵਜੇ ਆ ਕੇ ਉਹਨੇ ਚਾਹ ਚੂ ਉਹ ਵਿਚਾਰਾ ਪਿਲਾ ਦਿੰਦਾ ਹੈ। ਜਦੋਂ ਕਿਸਮਤ ਦੀ ਮਾਰ ਪੈਂਦੀ ਹੈ ਤਾਂ ਇਨਸਾਨ ਨੂੰ ਫਰਸ਼ੋਂ ਅਰਸ਼ ਤੇ ਆਉਣ ਲੱਗਿਆਂ ਸਮਾਂ ਨਹੀਂ ਲੱਗਦਾ। ਇਹਨਾਂ ਦਾ ਨਾਮ ਸਤਨਾਮ ਸਿੰਘ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਿਜਲੀ ਵਿਭਾਗ ਦੇ ਵਿੱਚ ਇੰਜੀਨੀਅਰ ਰਹੇ ਨੇ। 6 ਸਾਲ ਇੰਗਲੈਂਡ ਦੇ ਵਿੱਚ ਲਾਏ। ਭਰਾ ਇਹਨਾਂ ਦਾ ਕੈਨੇਡਾ ਦੇ ਵਿੱਚ ਹੈ, ਭੈਣ ਇੰਗਲੈਂਡ ਦੇ ਵਿੱਚ ਹੈ, ਤੇ ਇਹਨਾਂ ਦੇ ਭਰਾ ਦੀ ਇਸੇ ਕਲੋਨੀ ਦੇ ਵਿੱਚ ਲਗਭਗ 1 ਕਰੋੜ ਦੀ ਕੋਠੀ ਹੈ। ਪਰ ਇਹ ਪਿਛਲੇ 10 ਸਾਲਾਂ ਤੋਂ ਇਸ ਪਾਰਕ ਦੇ ਵਿੱਚ ਰਹਿ ਰਹੇ ਨੇ। ਇਹ ਜਿਹੜੇ ਬਿਸਤਰੇ ਦੇ ਉੱਪਰ ਬੈਠੇ ਨੇ, ਪਿਛਲੇ 10 ਸਾਲਾਂ ਤੋਂ ਇਸੇ ਬਿਸਤਰੇ ਨੂੰ ਰਾਤ ਨੂੰ ਥੱਲੇ ਵਿਛਾ ਕੇ ਸੌਂ ਜਾਂਦੇ ਨੇ। ਇਹਨਾਂ ਦੀ ਹਾਲਤ ਕਿਉਂ ਇੰਨੀ ਬਦ ਤੋਂ ਬੱਤਰ ਹੋ ਗਈ? ਕਿਉਂਕਿ ਕਹਿੰਦੇ ਨੇ ਕਿ ਜਦੋਂ ਇੰਗਲੈਂਡ ਵਰਗੇ ਮੁਲਕ ਦੇ ਵਿੱਚ 6 ਸਾਲ ਬੰਦਾ ਰਿਹਾ ਹੋਵੇ, ਸਰਕਾਰੀ ਨੌਕਰੀ ਕੋਲ ਹੋਵੇ, ਤਾਂ ਫਿਰ ਆਣ ਕੇ ਐਂਡਲੇ ਸਮੇਂ ਦੇ ਵਿੱਚ ਕਿਉਂ ਅਜਿਹਾ ਹਾਲ ਬਣ ਗਿਆ। ਅੰਗਰੇਜ਼ੀ ਦੀ ਅਖਬਾਰ ਤੱਕ ਇਹ ਹੁਣ ਵੀ ਪੜ੍ਹਦੇ ਨੇ। 3 ਅਖਬਾਰਾਂ ਰੋਜ਼ ਲੈਂਦੇ ਨੇ ਅਤੇ 3 ਅਖਬਾਰਾਂ ਰੋਜ਼ ਪੜ੍ਹਦੇ ਨੇ। ਮੁੱਦਿਆਂ ਦੇ ਉੱਪਰ ਪਕੜ ਵੀ ਕਾਫੀ ਚੰਗੀ ਹੈ। ਹਰ ਕਿਸੇ ਮਸਲੇ ਦੇ ਉੱਪਰ ਵੀ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਕੀ ਚੱਲ ਰਿਹਾ ਹੈ। ਪਰ ਇਹਨਾਂ ਦੀ ਹਾਲਤ ਜਿਹੜੀ ਹੈ ਇਸ ਵੇਲੇ ਤੁਸੀਂ ਦੇਖੋ ਕਿ ਇੱਥੇ ਹੀ ਇਹ ਰਹਿੰਦੇ ਨੇ, ਇਸ ਪਾਰਕ ਦੇ ਵਿੱਚ ਪਿਛਲੇ ਲਗਭਗ 10 ਸਾਲਾਂ ਤੋਂ। ਸਤਨਾਮ ਸਿੰਘ ਜੀ, ਇਹ ਹਾਲਤ ਕਿਵੇਂ ਬਣੀ ਤੁਹਾਡੀ ਕਿ ਮਤਲਬ ਇੰਗਲੈਂਡ ਦੇ ਵਿੱਚ ਵੀ ਰਹਿ ਲਏ, ਸਰਕਾਰੀ ਨੌਕਰੀ ਵੀ ਕੀਤੀ, ਤੇ ਇਹ ਕਿੱਦਾਂ ਹਾਲਤ ਬਣੀ ਹੈ ਤੁਹਾਡੀ? ਇਹ ਜੀ ਉਹਨੇ ਉਹਦੇ ਨਾਲ ਰਿਸ਼ਤਾ ਕਰਾਤਾ ਸੀ ਛੋਟੇ ਭਰਾ ਦਾ ਫਗਵਾੜੇ। ਉਹਨੇ ਆਪਸ ਦੇ ਵਿੱਚ ਕਾਲੀ ਕਾਗਜ਼ ਬਣਾ ਕੇ ਮੈਨੂੰ ਬਦਲ ਕਰਕੇ ਕਾਗਜ਼ ਬਣਾ ਕੇ ਤੇ ਉਹਨੇ ਚੌਂਕੀ ਦੇ ਦਿੱਤੇ ਇੱਥੇ ਬੱਸ ਸਟੈਂਡ। ਵੀ ਇਹਨੂੰ ਬਦਖਲ ਕਰ ਦਿੱਤਾ ਤੇ ਕੋਠੀ ਸਾਡੇ ਨਾਂ ਲਵਾਤੀ ਹੈ। ਤੁਹਾਨੂੰ ਘਰੋਂ ਬੇਦਖਲ ਕਰਤਾ? ਜਾਲੀ ਕਾਗਜ਼ ਬਣਾ ਲਿਆ ਇਹਨੇ। ਅੱਛਾ। ਉਹ ਕਾਪੀਰਾਈਟ ਐਕਟ ਦੀ ਬੜੀ ਮਾਸਟਰ ਹੁਸ਼ਿਆਰਪੁਰ ਵਾਲੀ ਤੁਹਾਡੀ ਭੈਣ ਹੀ? ਹਾਂ, ਉਹਨੇ ਕਾਗਜ਼ ਆਪੇ ਬਣਾਏ ਘਰੇ ਉੱਥੇ ਹੀ। ਕਿੰਨੇ ਭੈਣ ਭਰਾ ਹੋ ਤੁਸੀਂ? ਕਿੰਨੇ ਭੈਣ ਭਰਾ? 4। 4 ਭੈਣਾਂ ਕਿ 4 ਹੀ ਭੈਣ ਭਰਾ? 4 ਭੈਣਾਂ ਆ, 2 ਭਰਾ ਆ, 6। ਤੇ ਚਾਰੇ ਭੈਣਾਂ ਕਿੱਥੇ ਕਿੱਥੇ ਰਹਿੰਦੀਆਂ ਨੇ? ਬਾਕੀ ਇੱਕ ਤਾਂ ਤੁਸੀਂ ਦੱਸਿਆ ਕਿ ਕੈਨੇਡਾ। ਇਹ ਹੁਸ਼ਿਆਰਪੁਰ ਵਾਲੀ ਆ ਨਾ। ਇਹ ਤਾਂ ਪਹਿਲਾਂ ਹੀ ਫਾਦਰ ਨੇ ਹੀ ਬਦਖਲ ਕਰ ਦਿੱਤਾ ਹੈਗਾ, ਕਿਉਂਕਿ ਮੈਂ ਇੰਗਲੈਂਡ ਦੇ ਵਿੱਚ ਸੀ ਜਦੋਂ ਮੇਰੇ ਉੱਥੇ ਸ਼ਾਦੀ ਹੋਈ ਆ। ਤੇ ਇਹਨੇ ਕਿਸੇ ਨਾਲ ਲਵ ਮੈਰਿਜ ਕਰਾ ਲਈ ਸੀਗੀ। ਜਿਹਨਾਂ ਲਵ ਮੈਰਿਜ ਕਰਾਈ ਆ ਉਹ ਨੇਵੀ ਦੇ ਵਿੱਚ ਸੀਗਾ ਪਹਿਲਾਂ ਇੱਥੇ ਹੀ। ਹੁਣ ਉਹ ਨੈਸ਼ਨਲ ਇੰਸ਼ੋਰੈਂਸ ਕੰਪਨੀ 'ਚ ਕਲਰਕ ਲੱਗਾ ਹੈ ਇੱਥੇ ਜਲੰਧਰ। ਉਹਦੇ ਨਾਲ ਲਵ ਮੈਰਿਜ ਕਰਾ ਲਈ ਇਹਨੇ। ਲਵ ਮੈਰਿਜ ਕਰਾ ਕੇ ਦੌੜ ਗਈ ਤਾਂ ਫਾਦਰ ਨੂੰ ਗੁੱਸਾ ਚੜਿਆ। ਉਹ ਆ ਗਏ ਉੱਥੇ ਇੰਗਲੈਂਡ ਦੇ ਵਿੱਚ, ਮੇਰਾ ਛੱਡ ਛਡਾਈਆ ਹੋ ਗਿਆ। ਉੱਧਰੋਂ ਮੇਰੀ ਸ਼ਾਦੀ ਹੋਣ ਲੱਗੀ ਸੀਗੀ, ਉੱਧਰੋਂ ਇਹਨੇ ਲਵ ਮੈਰਿਜ ਕਰੀ। ਉਸ ਤੋਂ ਸਾਡਾ ਤਾਇਆ ਹੀ ਸਾਡੇ ਸੀਗੇ ਜਿਨ੍ਹਾਂ ਨੇ ਮੇਰਾ ਵਿਚੋਲੇ ਬਣੇ ਸੀ। ਉਹਨਾਂ ਦੀ ਸਗੀ ਸਾਲੀ ਦਾ ਮੁੰਡਾ ਸੀਗਾ ਜਿਹਦੀ ਕੁੜੀ ਨਾਲ ਮੇਰੀ ਸ਼ਾਦੀ ਸੀਗੀ।
ਤੇ ਤੁਹਾਡਾ ਇੰਗਲੈਂਡ ਦੇ ਵਿੱਚ ਰਿਸ਼ਤਾ ਪੱਕਾ ਸੀਗਾ? ਹਾਂ, ਤਾਂ ਮੇਰੇ ਤਾਏ ਨੇ ਕਰਾਇਆ ਸੀ ਨਾ, ਤੇ ਫਾਦਰ ਨੂੰ ਬੁਲਾਇਆ ਸੀ ਉੱਧਰ, ਵਿਚਾਰੇ ਨਾਲੇ ਵਿਆਹ ਦੇ ਜੂਗਾ, ਨਾਲੇ ਸੈਰ ਕਰ ਜੂਗਾ। ਅੱਛਾ, ਕਿੰਨਾ ਚਿਰ ਰਹੇ ਫਿਰ ਉੱਥੇ ਤੁਸੀਂ? ਉੱਥੇ ਮੈਂ 8 ਸਾਲ ਰਿਹਾ, 8 ਸਾਲ ਰਹੇ ਉੱਥੇ। 8 ਸਾਲ ਇੰਗਲੈਂਡ 'ਚ। ਅੱਛਾ, ਤੇ ਤੁਸੀਂ ਇੰਗਲੈਂਡ ਜਾਣ ਤੋਂ ਪਹਿਲਾਂ ਇੱਥੇ ਸਰਕਾਰੀ ਨੌਕਰੀ ਕਰਦੇ ਸੀਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਕਿਹੜੇ ਉੱਥੇ ਕੀ ਕਰਦੇ ਸੀ ਤੁਸੀਂ? ਇੱਥੇ ਮੈਂ ਜੇ ਲਗਾਈ, ਉਸ ਤੋਂ ਬਾਅਦ ਮੈਂ ਪ੍ਰਮੋਟ ਹੋ ਗਿਆ ਹੈ ਸਬ ਡਿਵੀਜ਼ਨ SD। ਉਹ ਮੇਨਟੇਨੈਂਸ 'ਚ ਟ੍ਰਾਂਸਫਰ ਕਰਤਾ ਹੈਗਾ। ਅੱਛਾ, 2 ਯੂਨਿਟ ਨਾਲ ਲੁਧਿਆਣੇ ਇੰਜੀਨੀਅਰਿੰਗ ਇੱਕ ਬ੍ਰਾਂਚ ਵੱਖਰੀ ਉੱਥੇ ਯੂਨੀਵਰਸਿਟੀ ਦੀ, ਜਿਹਦਾ ਵਾਈਸ ਚਾਂਸਲਰ ਹੋਰ ਆ, ਨਾਲ ਹੀ ਸਟੇਟ ਅਫਸਰ ਆ ਬਣੀ, ਜਿਹਦਾ ਇੰਚਾਰਜ ਹੋਰ ਹੈ। ਉੱਥੇ ਲੋਚਨ ਸਿੰਘ ਸੰਧੂ ਸੀਗਾ। ਲੋਚਨ ਸਿੰਘ ਸੰਧੂ ਨੇ ਮੈਨੂੰ ਵੀ ਡਿਊਟੀ ਲਾਤੀ ਵੀ ਤੇਰੇ ਕੋਲ, ਨਾਲੇ ਪ੍ਰਮੋਟ ਕਰਤਾ SDO ਉੱਥੇ ਸਬ ਡਿਵੀਜ਼ਨ ਇੰਜੀਨੀਅਰਿੰਗ। ਮੇਰਾ ਮੇਨਟੇਨੈਂਸ ਇੱਕ ਜਲੰਧਰ ਦੀ ਗੰਨਾ ਫਾਰਮ ਸੀਗਾ, ਹੁਣ ਤਾਂ ਬੰਦ ਹੋ ਗਿਆ। ਚੌਲਾਂ ਦਾ ਫਾਰਮ ਸੀਗਾ ਕਪੂਰਥਲੇ, ਲੀਚੀਆਂ ਦਾ ਫਾਰਮ ਸੀਗਾ ਉਧਰ ਗੁਰਦਾਸਪੁਰ ਦੇ ਇਲਾਕੇ 'ਚ। ਅੱਛਾ, ਮੇਰੇ ਆਊਟ ਸਟੇਸ਼ਨ ਤੇ ਸਾਰੇ ਉਹਨੇ ਡਿਊਟੀ ਲਾਤੀ ਸੀ। ਅੱਛਾ, ਤੁਸੀਂ ਸਾਰਾ ਉਹਨਾਂ ਦਾ ਮਤਲਬ ਦੇਖ ਰੇਖ ਆਪ ਕਰਦੇ ਸੀਗੇ? ਸਟੇਸ਼ਨ ਕਮ ਯੂਨੀਵਰਸਿਟੀ ਕੈਂਪਸ। ਤੇ ਇਹ ਤੁਸੀਂ ਕਿਹੜੀ ਸੰਨ ਦੀ ਗੱਲ ਕਰਦੇ ਹੋ ਇਹ? 1985 'ਚ ਮੈਂ ਗਿਆ, ਇਹ 1978 ਦੀ। ਅੱਛਾ, 1985 ਤੁਸੀਂ ਫਿਰ ਇੰਗਲੈਂਡ ਗਏ ਸੀ? 78 'ਚ ਮੈਂ ਗਿਆ ਨਾ। 78 'ਚ ਇੰਗਲੈਂਡ ਗਏ ਤੁਸੀਂ? ਅੱਛਾ, ਉਹ 78 ਦੇ ਵਿੱਚ ਮੇਰਾ ਨਾਨੀ ਉੱਧਰ ਸੀਗੇ, ਉਹਨਾਂ ਨੇ ਕਿਹਾ ਵੀ ਅਸੀਂ ਤੇਰਾ ਰਿਸ਼ਤਾ ਕਰ ਦਿੱਤਾ ਤੇ ਤੂੰ ਹੁਣ ਨੌਕਰੀ ਭੁੱਲ ਜਾ ਤੇ ਛੱਡ ਕੇ। ਤੇ ਮੈਂ ਕਿਹਾ ਵੀ ਮੈਂ ਹੁਣ ਨੌਕਰੀ ਛੱਡ ਤਾਂ ਨਹੀਂ ਸਕਦਾ। ਮੈਨੂੰ ਇਹਨੇ ਕਿਹਾ ਤਰਲੋਚਨ ਸਿੰਘ ਨੇ, ਸੰਧੂ ਨੇ, ਵੀ ਤੂੰ ਮੇਰੇ ਕੋਲੋਂ ਛੁੱਟੀ ਲੈ ਜਾ, ਐਪਲੀਕੇਸ਼ਨ ਲਿਖ ਕੇ ਤੇ ਇੱਥੇ ਰੱਖ ਦੇ, ਆਪਣੇ ਐਕਸੀਅਨ ਨੂੰ ਦੇ ਦੇ ਜੀ, ਵਿਦਆਊਟ ਪੇ ਲੀਵ ਆ ਮੇਰੀ ਸਾਲ ਦੀ। ਅੱਛਾ, ਵੀ ਮੈਂ ਇੰਗਲੈਂਡ ਚੱਲਾਂ, ਮੈਂ ਮੁੜ ਕੇ ਆ ਕੇ ਜੁਆਇਨ ਕਰ ਲੂੰਗਾ। ਅੱਛਾ ਜੀ। ਉਹ ਮੇਰੀ ਐਪਲੀਕੇਸ਼ਨ ਐਕਸੈਪਟ ਹੋ ਗਈ ਸੀਗੀ ਇੱਥੇ ਹੀ। ਉਹ ਜਾਣ ਲੱਗੇ, ਮੇਰਾ ਇੱਥੇ ਕਰਤਾਰਪੁਰ ਪਿੰਡ ਆ ਆਪਣਾ, ਕਾਲਾ ਖੇੜਾ ਨਾਲ ਹੀ ਆ ਪਿੱਛੇ, ਕਰਤਾਰਪੁਰੋਂ ਜੰਡੇ ਸਿੰਘ ਸੜਕ ਦੇ ਉੱਤੇ 2 ਕਿਲੋਮੀਟਰ ਤੇ ਹੀ। ਉੱਥੋਂ ਸੁਨੇਹਾ ਆ ਗਿਆ ਵੀ ਜੇ ਚੱਲੇ ਤਾਂ ਜਾਣਾ ਹੀ ਆ, ਵੀ ਜਿਹੜੇ ਪਿੰਡ ਚੱਕਰ ਮਾਰ ਜਾ ਜਾਂ ਆਪਣੇ ਪੁਰਾਣੇ ਘਰ ਦੇਖ ਲਾ ਸਾਰੇ। ਅੱਛਾ, ਉਹ ਦੇਖਣ ਗਿਆ ਤਾਂ ਮੇਰੇ ਇੱਥੇ ਯਾਰ ਦੋਸਤ ਸੀਗਾ ਸ਼ਨੀਆ, ਉੱਥੇ ਕਪੂਰਥਲੇ ਲੱਗਾ ਹੁੰਦਾ ਹੈਗਾ ਰੋਜ਼, ਇੱਥੇ ਰਹਿੰਦਾ ਹੈ ਮਹੱਲੇ 'ਚ। ਉਹਦੇ ਨਾਲ ਸਕੂਟਰ 'ਤੇ ਜਾਂਦੇ ਆ ਤੇ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ, ਆਉਣ ਲੱਗੇ। ਉਹ ਸੱਟਾਂ ਲੱਗੀਆਂ ਸੀਗੀਆਂ। ਅਗਲੇ ਦਿਨ ਫਲਾਈਟ ਸੀਗੀ ਮੇਰੀ। ਅੱਛਾ, ਉਹ ਤਾਂ ਮੈਨੂੰ ਜਾਣਾ ਪਿਆ ਇੱਦਾਂ ਹੀ, ਮੈਂ ਪੱਟੀਆਂ ਪੁੱਟੀ ਕਰਾ ਕੇ ਛੁੱਟੀ ਲੈ ਕੇ। ਉੱਥੇ ਫਲਾਈਟ ਵੀ ਇੱਥੋਂ ਅੰਮ੍ਰਿਤਸਰੋਂ ਜਿਹੜੀ ਫੜੀ, ਹਰਿਆਣਾ ਅਫਗਾਨ ਏਅਰਲਾਈਨ ਦੀ। ਅੱਛਾ, ਇਹਨੇ ਜਾ ਕੇ ਕਾਬਲ ਲਾਤਾ। ਕਾਬਲ ਕਹਿੰਦੇ ਇੱਥੇ ਰਹੋ 4-5 ਦਿਨ। ਅੱਛਾ, ਇੱਥੋਂ ਮੈਂ ਬ੍ਰਿਟਿਸ਼ ਏਅਰਵੇਜ਼ ਦੀ ਆਊਗੀ ਫਲਾਈਟ, ਤੋਂ ਉਹ ਭੇਜਾਂਗੇ। ਮਤਲਬ ਕਿ ਮੈਂ ਹਫ਼ਤਾ ਮੈਂ ਉੱਥੇ ਹੀ ਕਾਬਲ ਸੀ, ਅਫਗਾਨਿਸਤਾਨ 'ਚ ਹੀ ਰਹਿਣਾ ਪਿਆ। ਅੱਛਾ, ਤੇ ਇੱਕ ਇਹ ਗੱਲ ਦੱਸੋ ਕਿ ਜਿੱਦਾਂ ਭਰਾ ਤੁਹਾਡਾ ਇੱਕ ਕੈਨੇਡਾ ਦੇ ਵਿੱਚ ਆ, ਤੁਹਾਡੇ ਮੰਮੀ ਡੈਡੀ ਵੀ ਉੱਧਰ ਹੀ ਸੀਗੇ? ਡੈਡੀ ਵੀ ਉੱਧਰ ਹੀ ਸੀਗੇ ਨਾ, ਮੈਂ ਬੁਲਾਇਆ ਸੀ ਨਾ ਉੱਧਰ, ਮੇਰੀ ਸ਼ਾਦੀ ਦੇ ਉੱਥੇ ਗਏ ਸੀ। ਜਦੋਂ ਸ਼ਾਦੀ ਦੇ ਉੱਪਰ ਤੁਸੀਂ ਫਿਰ ਉਹਨਾਂ ਮੰਮੀ ਡੈਡੀ ਨੂੰ ਵੀ ਉੱਧਰ ਹੀ ਬੁਲਾ ਲਿਆ ਸੀਗਾ? ਮੰਮੀ ਦਾ ਤਾਂ ਭਰਾ ਰਹਿੰਦੇ ਆ, 9 ਮਾਮੇ ਆ। ਅੱਛਾ, 9 ਮਾਮੇ ਉੱਧਰ ਹੀ ਰਹਿੰਦੇ ਨੇ ਉਹ? 6 ਇੰਗਲੈਂਡ 'ਚ, 3 ਇੱਧਰ ਸੀਗੇ। ਅੱਛਾ, ਉਹਨਾਂ ਦੇ ਨਾਲ ਫਿਰ ਉੱਥੇ ਸੀਗੇ 6 ਮਾਮੇ ਤੁਹਾਡੇ? 6 ਉੱਧਰ ਹੀ ਆ ਹਾਲੇ ਵੀ, ਉਹਨਾਂ ਵਿੱਚੋਂ 2 ਦੀ ਡੈਥ ਹੋ ਗਈ ਆ, 4 ਉੱਥੇ ਹੀ ਆ। ਤੇ ਉਹਨਾਂ ਕੋਲ ਹੀ ਰਹਿੰਦੇ ਸੀ ਮੰਮੀ। ਇੱਕ ਭਰਾ ਇੱਕ ਭੈਣ ਤੁਹਾਡੀ ਇੰਗਲੈਂਡ ਦੇ ਵਿੱਚ? ਇੱਕ ਭੈਣ ਇੰਗਲੈਂਡ? ਭੈਣ ਆ। ਤੇ ਕੋਈ ਭੈਣਾਂ ਦੇ ਨਾਲ ਜਾਂ ਫਿਰ ਤੁਹਾਡੇ ਭਰਾ ਦੇ ਨਾਲ ਕੋਈ ਰਾਬਤਾ ਨਹੀਂ ਹੁੰਦਾ ਕਿ ਇੱਥੇ ਇਸ ਤੁਸੀਂ ਹੁਣ ਇਹਦੇ ਉੱਤੇ ਰਹਿਣ ਦੇ ਹੋ, ਇੱਥੇ 10 ਸਾਲਾਂ ਤੋਂ ਇਸ ਪਾਰਕ 'ਚ ਰਹਿਣ ਦੇ, ਕਿਸੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਕਿ ਹੁਣ ਸਾਰੇ ਅਫਸਰ ਹੀ ਲੱਗੇ ਨੇ? ਚੰਡੀਗੜ੍ਹ ਵਾਲੇ ਆਉਂਦੇ ਆ ਕੇ ਕੋਰਟ ਦੇ ਵਿੱਚ ਪੇਸ਼ ਹੋਏ ਆ, ਇੱਥੇ ਸੈਸ਼ਨ ਕੋਰਟ 'ਚ ਕੇਸ ਕੀਤਾ। ਕਿਸ ਚੀਜ਼ ਦਾ ਕੀਤਾ ਕੇਸ ਵੀ ਕਰਕੇ ਇਹਦਾ ਸਮਾਨ ਚੱਕ ਕੇ ਪਾਰੇ ਕਿ ਸਿੱਟ ਕੇ ਤੇ ਉੱਥੇ ਅੱਗ ਲਾਤੀ ਸੀਗੀ। ਇਹ ਕਿਹਨਾਂ ਨੇ ਲਾਈ ਸੀ ਅੱਗ?
ਇਹਨੇ ਹੁਸ਼ਿਆਰਪੁਰ ਵਾਲੀ ਨੇ। ਤੁਹਾਡੀ ਭੈਣ ਨੇ ਹੀ ਲਾਤੀ ਆ? ਆ ਉੱਥੇ ਸਮਾਨ ਪਿਆ ਹੁੰਦਾ ਹੈ, ਉਹਨੂੰ ਸਾਰੇ ਅੱਗ ਲਾਤੀ। ਇਹ ਤਾਂ ਸਾਹਮਣੇ ਚੰਗੇ ਆ, ਉਹ ਫਾਈਨੈਂਸ ਵਾਲੇ ਆ, ਉਹਨਾਂ ਦਾ ਕੈਮਰਾ ਲੱਗਾ ਉੱਥੇ। ਉਹਦੇ ਵਿੱਚ ਆ ਗਿਆ। ਉਹਨਾਂ ਨੇ ਚੱਕ ਕੇ ਉਠਾਇਆ ਮੈਨੂੰ, ਉੱਠੋ ਕਹਿੰਦੇ ਅੱਗ ਲੱਗੀ ਪਈ ਹੈ ਇੱਥੇ। ਸਵੇਰ ਦਾ ਟਾਈਮ ਸੀਗਾ। ਉਹਨਾਂ ਨੇ ਰੇਡ ਕੇ ਤਾਂ ਜਿੰਨਾ ਸਮਾਨ ਮੇਰਾ ਬਚਿਆ ਕਮਲ ਕੁੰਬਲਾ ਇੱਥੇ ਸਿੱਟ ਦਿੱਤੇ ਲਿਆ। ਬਾਕੀ ਦੇ ਸਾਰਿਆਂ ਨੂੰ ਅੱਗ ਲੱਗ ਗਈ। ਇੰਦਾ ਕਿਉਂ, ਭੈਣ ਨੇ ਕਿਉਂ ਇਦਾਂ ਕੀਤਾ ਤੁਹਾਡੇ ਨਾਲ? ਉਹਨੇ ਕਿਉਂਕਿ ਫਾਦਰ ਜੀ ਕਹਿੰਦੇ ਕਿ ਵੜ ਦੇਣੀ ਆ ਮੈਂ। ਅੱਛਾ। ਵੀ ਉਹਨੇ ਫਿਰ ਲਵ ਮੈਰਿਜ ਕਰਾ ਕੇ ਇਹਨਾਂ ਦਾ ਉੜ ਗਈ ਆ ਬਿਨਾਂ ਮਰਜ਼ੀ ਤੋਂ। ਵੀ ਗੱਲ ਵੀ ਆਪੇ ਉਹ ਕਹਿਣਾ ਹੁਸ਼ਿਆਰਪੁਰ ਵੀ ਤੂੰ ਆਪਣੇ ਹੁਸ਼ਿਆਰਪੁਰ ਰਹਿੰਦੀ ਰਹਿ ਵੀ ਇੱਥੇ ਕੋਠੀ ਤੇ ਕਾਹਨੂੰ ਕਬਜ਼ਾ ਕਰਦੀ ਆ। ਅੱਛਾ, ਇੱਥੋਂ ਵਾਲੀ ਜਿਹੜੀ ਤੁਹਾਡੀ ਕੋਠੀ ਆ ਇੱਥੇ ਜਿਹੜੀ ਆ ਕਲੋਨੀ ਦੇ ਵਿੱਚ? ਹਾਂਜੀ। ਇਹ ਕਿੰਨੇ ਕੁ ਦੀ ਹੋਊਗੀ ਇਹ ਕੋਠੀ ਹੁਣ? ਇਹ ਸਵੇਲੇ ਹੀ 1 ਕਰੋੜ ਦੇ ਲਾਗੇ ਛਾਗੇ ਹੋਣੀ ਹੈ। ਇਹ ਤੁਹਾਡੇ ਹੁਣ ਭਰਾ ਦੇ ਨਾਂ ਤੇ ਆ? ਇਹ ਕਿਹਦੇ ਨਾਂ ਤੇ? ਮਾਂ ਦੇ ਨਾਂ ਤੇ ਚੱਲਦੀ ਹੁਣ। ਤੁਹਾਨੂੰ ਕਿਉਂ ਨਹੀਂ ਰਹਿਣ ਦਿੰਦੇ ਇੱਥੇ? ਇਹ ਫਾਦਰ ਦੇ ਨਾਂ ਸੀ ਨਾ ਪਹਿਲਾਂ। ਹਾਂ। ਇਹਨੇ ਆ ਕੇ ਜਾਲੀ ਕਾਗਜ਼ ਬਣਾ ਕੇ ਜਾਲੀ ਕਾਗਜ਼ ਬਣਾ ਕੇ ਫਾਦਰ ਨੂੰ ਦੇ ਦਿੱਤੀ ਜ਼ਹਿਰ। ਕਿਹਨੇ ਦਿੱਤੀ ਜ਼ਹਿਰ? ਹੁਸ਼ਿਆਰਪੁਰ ਵਾਲੀ ਨੇ। ਭੈਣ ਨੇ ਹੀ ਆਪਣੇ ਪਿਓ ਨੂੰ ਜ਼ਹਿਰ ਦੇਤਾ? ਇਹ ਉਹਨੇ ਇੱਕ ਆਪਣੀ ਬੰਦਨਾ ਨਾਂ ਦੀ ਔਰਤ ਸੀਗੀ, ਉਹਨੂੰ ਕਿਰਾਏਦਾਰ ਵਾੜਤਾ ਸੀ ਇੱਥੇ। ਉਹਨੇ ਜਾ ਕੇ ਉਹਨੇ ਰਾਤੋਂ ਰਾਤ ਹੀ ਰੋਟੀ ਰਾਤ ਨੂੰ ਦੇ ਕੇ ਜਾਂਦੇ ਖਾਣ ਨੂੰ। ਰੋਟੀ ਦੇ ਵਿੱਚ ਕੋਈ ਮਿਲਾਤਾ। ਮੈਂ ਗਿਆ ਇਹਦਾ ਕੇਸ ਕੀਤਾ? ਫਿਰ ਕੇਸ ਕੀਤਾ ਇਹਦਾ? ਹਾਂ। ਕਿੱਥੇ ਕੀਤਾ? ਇਹ ਸੈਸ਼ਨ ਕੋਰਟ 'ਚ। ਇਹ ਕੇਸ ਚੱਲਦਾ ਪਿਆ ਤੁਹਾਡਾ? ਕੇਸ ਚੱਲਦਾ। ਅਸੀਂ ਉਹਨਾਂ ਦੇ ਜਿਹੜੇ ਹਸਬੈਂਡ ਨੇ ਚਰਨਜੀਤ ਹੋਣੀ, ਜਿਹੜੇ ਇੱਥੇ ਅਫਸਰ ਵੀ ਲੱਗੇ ਰਹੇ ਨੇ ਇੱਥੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਵਿੱਚ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਤੁਹਾਡੇ ਉੱਤੇ ਇਹ ਇਲਜ਼ਾਮ ਲਾਏ ਆ ਕਿ ਤੁਸੀਂ ਸ਼ਰਾਬ ਪੀ ਕੇ ਤੇ ਕੱਪੜੇ ਲਾ ਕੇ ਇੱਥੇ ਪੈ ਜਾਂਦੇ ਸੀਗੇ, ਤੁਹਾਨੂੰ ਤਾਂ ਘਰੋਂ ਕੱਢਿਆ। ਜੋ ਵੀ ਹੈ ਝੂਠ ਤਾਂ ਉਹਨਾਂ ਨੇ ਬੋਲਣਾ ਹੀ ਆ। ਉਹਨਾਂ ਨੇ ਕਬਜ਼ਾ ਵੀ ਕੀਤਾ ਹੋਇਆ ਹੈ ਇੱਥੇ ਕੋਠੀ ਨਹੀਂ, ਉਹ ਤਾਂ ਕਹਿੰਦੇ ਨੇ ਕਿ ਮੈਂ ਕਿਸੇ ਗੱਲ 'ਚ ਨਹੀਂ ਆਉਂਦਾ। ਚਰਨਜੀਤ ਸਿੰਘ ਹੋਣੀ ਜਿਹੜੇ ਜਿਨ੍ਹਾਂ ਦੀ ਤੁਹਾਡਾ ਜਿਹੜਾ ਜਵਾਈ ਹੈ ਜਿਹੜਾ, ਉਹ ਕਹਿੰਦਾ ਮੈਂ ਕਿਸੇ ਦੀ ਗੱਲ 'ਚ ਨਹੀਂ ਆਉਂਦਾ, ਇਹ ਇਹਨਾਂ ਦਾ ਘਰੇਲੂ ਮਸਲਾ ਆ। ਤੇ ਉਹਦੇ ਵਿੱਚ ਇਹ ਆ ਕਿ ਸਾਰੇ ਭੈਣ ਭਰਾ ਰੱਜੇ ਪੁੱਜੇ ਆ, ਫਿਰ ਵੀ ਇਸ ਕੋਠੀ ਦੀ ਜਾਇਦਾਦ ਪਿੱਛੇ ਭੱਜੇ ਫਿਰਦੇ ਆ। ਸਹੀ ਦਾ ਇਹੀ ਕਹਿੰਦਾ ਉਹ। ਇਹ ਕਬਜ਼ਾ ਇਹਨੇ ਜਾਲੀ ਕੀਤਾ ਉਹਦੀ ਘਰ ਵਾਲੀ ਨੇ। ਉਹਨੇ ਫਾਦਰ ਨੂੰ ਟਿਕਾਣੇ ਲਾਉਣਾ ਆਏਗਾ। ਉਹਨੇ ਇੱਥੇ ਕਿਰਾਏ 'ਤੇ ਪਹਿਲਾਂ 124 ਨੰਬਰ ਦੇ ਵਿੱਚ, ਮਤਲਬ ਮੇਨ ਮੁੱਦਾ ਉਹਦਾ ਚੋਰੀਆਂ ਕਰਨ ਦਾ। 6 ਨੰਬਰ ਥਾਣੇ ਦੇ ਵਿੱਚ ਪਹਿਲੀ ਰਿਪੋਰਟ ਪਈ ਹੈ। ਇਹਨੇ ਹਾਊਸਿੰਗ ਬੋਰਡ ਕਲੋਨੀ 'ਚ ਰਹਿੰਦੀ ਸੀਗੀ। ਜਦੋਂ ਉਹ ਤੋਂ ਪੁਲਿਸ ਲੱਭਣ ਲੱਗੀ ਉਹਨਾਂ ਨੇ, ਇਹ ਦੌੜ ਕੇ ਆ ਕੇ 124 ਮੋਤਾ ਨਗਰ ਦੇ ਵਿੱਚ ਇਹਨੇ ਕਿਰਾਏ 'ਤੇ ਕਮਰਾ ਲੈ ਲਿਆ। ਉੱਥੋਂ ਘੱਟੋ ਘੱਟ 9 ਲੱਖ ਰੁਪਏ ਦਾ ਮਾਲ ਚੋਰੀ ਕਰਕੇ ਰਾਤੋਂ ਰਾਤ ਹੀ ਇੱਥੇ ਆ ਕੇ ਕੋਠੀ 'ਤੇ ਕਬਜ਼ਾ ਕਰ ਲਿਆ। ਮੈਂ ਉੱਪਰ ਰਹਿੰਦਾ ਸੀ, ਹਾਲੇ ਵੀ ਮੇਰਾ ਸਮਾਨ ਉੱਪਰ ਪਿਆ, ਕੱਪੜੇ ਕੁਪੜੇ ਉੱਪਰ ਹੀ ਪਏ ਆ। ਇਹ ਕੋਰਟ ਦੇ ਆਰਡਰ ਕਰ ਦਿੱਤੇ। ਇੱਥੇ ਸੈਸ਼ਨ ਕੋਰਟ 'ਚ ਕੇਸ ਕੀਤਾ ਇਹ ਆਪਣੇ ਗੁਰਨਾਮ ਸਿੰਘ ਸੀਗੇ ਉਦੋਂ ਜਸਟਿਸ। ਚਲੋ ਇਹ ਤਾਂ ਤੁਹਾਡਾ ਇੱਕ ਘਰੇਲੂ ਮਸਲਾ ਆ। ਇਹ ਦੱਸੋ ਵੀ ਜਿਵੇਂ ਹੁਣ ਤੁਸੀਂ 8 ਸਾਲ ਇੰਗਲੈਂਡ 'ਚ ਲਾਤੇ, ਸਰਕਾਰੀ ਨੌਕਰੀ, ਕੋਈ ਪੂੰਜੀ ਤੁਹਾਡੇ ਕੋਲ ਕੁਛ ਨਹੀਂ, ਤੁਹਾਡੇ ਕੋਲ ਪੈਸਾ ਕੋਈ ਨਾ, ਕੋਈ ਤੁਸੀਂ ਬਚਾਇਆ ਨਾ, ਕੋਈ ਵਟਿਆ ਨਾ ਖੱਟਿਆ, ਕੁਛ ਨਹੀਂ ਸੀਗਾ। ਵੀ ਹੁਣ ਤੁਸੀਂ ਇੰਨੀ ਹਾਲਤ ਮਾੜੀ ਹੈ ਕਿ ਤੁਸੀਂ ਇੰਨਾ ਪੜ੍ਹ ਲਿਖ ਕੇ ਵੀ ਤਾਂ ਤੁਸੀਂ ਇੱਥੇ ਰਹੇ। ਜਿੰਨੇ ਸੀਗੇ ਉਹ ਇੱਧਰ ਭੈਣ ਦਾ ਵਿਆਹ ਰੱਖਿਆ ਸੀਗਾ, ਛੋਟੀ ਦਾ ਆਦਮਪੁਰ ਵਾਲੀ ਦਾ, ਉਹ ਮਾਂ ਨੇ ਉੱਧਰ ਖਰਚ ਦਿੱਤੇ। ਤੁਹਾਡੇ ਜਿਹੜੇ ਜੋੜੇ ਸੀਗੇ ਸਾਰੇ ਉੱਧਰ ਖਰਚਦੇ? ਉੱਧਰੋਂ ਮਾਂ ਹੀ ਲੈ ਕੇ ਆਈ ਸੀਗੀ। ਤੁਹਾਨੂੰ ਦੱਸਿਆ ਵੀ ਮੇਰੇ ਨਾਲ ਮੇਰਾ 20 ਤੋਲੇ ਸੋਨਾ ਸੀਗਾ, ਕੱਪੜੇ ਕੁਪੜੇ ਸੀਗੇ, ਤਿੰਨੋਂ ਟੈਚੀਆਂ ਇਹ ਚੋਰੀ ਕਰਕੇ ਲੈ ਗਈ। ਅੱਛਾ, 20 ਤੋਲੇ ਸੋਨਾ ਤੇ ਕਿੰਨੇ ਪੈਸੇ ਕਿੰਨੇ ਕੁ ਜੋੜ ਕੇ ਲਿਆਂਦੇ ਸੀ ਉੱਧਰੋਂ 8 ਸਾਲਾਂ 'ਚ? ਜੀ ਮੇਰੇ ਰੁਪਈਏ 2000 ਪਾਉਣ ਤਾਂ ਇੱਥੇ ਵਿੱਚੇ ਪਿਆ ਸੀ ਨਾ ਉਹਨਾਂ ਕੱਪੜਿਆਂ 'ਚ। 2000 ਪਾਉਣ? ਹਾਂ। ਅੱਛਾ। ਬਾਕੀ ਮਾਂ ਕੋਲ ਸੀਗੇ ਆਪਣੇ ਪੈਸੇ, ਉਹ ਇਹਨੇ ਚੱਕ ਕੇ ਵੇਚ ਦਿੱਤੇ। ਪੜ੍ਹੇ ਕਿੰਨਾ ਹੋ ਤੁਸੀਂ? EMI ਕੀਤੀ ਹੈ ਨਾ ਡਿਪਲੋਮਾ ਕਰਨ ਤੋਂ ਬਾਅਦ। ਮੰਮੀ ਪੋਲੀਟੈਕਨਿਕ ਪਹਿਲਾਂ ਡਿਪਲੋਮਾ ਕੀਤਾ ਇਲੈਕਟ੍ਰੀਕਲ ਦਾ, ਫਿਰ ਸਿਵਲ ਦਾ 2 ਕੀਤੇ ਸੀ ਡਿਪਲੋਮੇ। ਅੱਛਾ। ਡਿਪਲੋਮੇ ਤੋਂ ਬਾਅਦ ਫਿਰ ਲੁਧਿਆਣੇ ਨਾਲ ਨੌਕਰੀ ਮਿਲ ਗਈ ਸੀ ਮੈਨੂੰ। ਨੌਕਰੀ ਕਰਦਿਆਂ ਉੱਥੇ ਲੁਧਿਆਣੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਮੈਂ ਰਹਿਣ ਲੱਗ ਪਿਆ। ਮੁੰਡੇ ਯਾਰ ਦੋਸਤ ਬਣ ਗਏ, ਉਹ ਗੁਰਦਾਸਪੁਰ ਦੇ ਸੀਗੇ। ਅੱਛਾ। ਉਹਨਾਂ ਨਾਲ ਹੀ ਹੋਸਟਲ 'ਚ ਉੱਥੇ ਰਹਿਣਾ, ਉੱਥੇ EMI ਕਰ ਲਈ ਸੀਗੀ।
ਉਹ EMI ਪੂਰੀ ਕਰਨ ਤੋਂ ਬਾਅਦ ਮੈਂ ਇੱਥੇ ਪ੍ਰਮੋਟ ਮੈਨੂੰ ਕਰ ਦਿੱਤਾ ਇਹਨਾਂ ਨੇ, SDO ਬਣਾ ਦਿੱਤਾ ਸੀ ਉੱਥੇ ਉਹ ਯੂਨੀਵਰਸਿਟੀ 'ਚ ਹੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਜੀ। ਇਹ ਮੇਨਟੇਨੈਂਸ ਸੀ ਸਟੇਟ ਅਫਸਰ ਨੇ। ਪਹਿਲਾਂ ਉਧਰ ਦਿੱਤੀ ਵਾਈਸ ਚਾਂਸਲਰ ਦੇ ਅੰਡਰ ਸੀ ਨਾ, ਮੈਂ ਉਧਰ ਨੌਕਰੀ ਕਰਦਾ ਸੀ। 2 ਯੂਨਿਟ ਆਣਾ ਇੱਥੇ ਯੂਨੀਵਰਸਿਟੀ। ਕਦੀ ਹੁਣ ਜਿਹੜਾ ਜਿਵੇਂ ਤੁਹਾਡੇ ਮਾਤਾ ਜੀ ਹੈਗੇ ਨੇ ਉੱਥੇ ਇੰਗਲੈਂਡ ਦੇ ਵਿੱਚ? ਹਾਂ, ਪੂਰੇ ਹੋ ਗਏ ਇਸ ਸਾਲ। ਇਸ ਸਾਲ ਪੂਰੇ ਹੋਏ ਨੇ। ਉਹ ਇੰਗਲੈਂਡ 'ਚ ਡੈਥ ਹੋਈ ਫਿਰ ਉਹਨਾਂ ਦੀ? ਉੱਥੇ ਡੈਥ ਹੋ ਗਈ ਆ। ਅੱਛਾ, ਇਹ ਜਨਵਰੀ ਫਰਵਰੀ ਦੇ ਮਹੀਨੇ 'ਚ। ਤੇ ਤੁਹਾਡਾ ਭਰਾ ਇੱਕ ਜਿਹੜਾ ਕੈਨੇਡਾ ਆ, ਤੇ 2 ਭਰਾ ਹੋ ਤੁਸੀਂ ਤੇ 4 ਭੈਣਾਂ, ਤੇ ਜਿਹੜਾ ਤੁਹਾਡਾ ਭਰਾ ਆ ਛੋਟਾ ਕਿ ਵੱਡਾ? ਉਹ ਛੋਟਾ ਮੇਰੇ ਤੋਂ। ਉਹਦੇ ਨਾਲ ਕਦੀ ਕੋਈ ਗੱਲ ਨਹੀਂ ਹੋਈ ਤੁਹਾਡੀ? ਮੇਰੀ ਕਦੀ ਕੋਈ ਗੱਲ ਨਹੀਂ ਹੋਈ। ਇਹਦੇ ਟੈਲੀਫੋਨ ਹੁੰਦਾ ਸਾਹਮਣੇ ਆ ਗਗਨਦੀਪ ਆ, ਉਹਦੀ ਭਰਾ ਕੈਨੇਡਾ 'ਚ। ਇਹ ਵਿਚਾਰਾ ਚਰਨਜੀਤ ਹੋਣੀ ਕਹਿੰਦੇ ਸੀ ਕਿ ਤੁਹਾਡਾ ਇਦਾਂ ਜਿਹੜਾ ਐਕਸੀਡੈਂਟ ਹੋਇਆ ਸੀ ਆ, ਲੱਤ ਤੁਹਾਡੀ ਇੱਕ ਨਹੀਂ ਹੈਗੀ ਖੱਬੀ, ਹੁਣ ਕਹਿੰਦੇ ਵੀ ਤੁਹਾਡੇ ਭਰਾ ਨੇ ਇਲਾਜ ਕਰਾਇਆ ਸੀ ਇੱਥੇ ਆ ਕੇ। ਇਹਨੇ ਤਾਂ ਕਟਵਾਈ ਸੀਗੀ ਉੱਥੇ। ਨਹੀਂ, ਉਹ ਤਾਂ ਚਰਨਜੀਤ ਹੋਣੀ ਕਹਿੰਦੇ ਵੀ ਇਹ ਤਾਂ ਤੁਹਾਡਾ, ਤੁਸੀਂ ਕਿਤੇ ਗਏ ਸੀਗੇ ਉੱਥੇ ਟ੍ਰੇਨ 'ਚੋਂ ਡਿੱਗਣ ਕਾਰਨ ਤੁਹਾਡੀ ਲੱਤ ਟੁੱਟ ਗਈ। ਰਾਜਸਥਾਨ ਗਿਆ ਹੈਗਾ, ਜੈਪੁਰ। ਹਾਂ, ਤੇ ਤੁਹਾਡੇ ਭਰਾ ਨੇ ਤੁਹਾਡੇ ਨੇ ਆ ਕੇ ਇੱਥੇ ਆ ਕੇ ਇਲਾਜ ਕਰਾਇਆ ਸੀ? ਉਹਨੇ ਨਹੀਂ ਇਲਾਜ ਕਰਾਇਆ, ਤਾਂ ਮਾਂ ਨੇ ਕਰਾਇਆ ਸੀ। ਅੱਛਾ। ਇਹ ਉੱਥੇ ਜਾ ਕੇ ਤੇ ਇਹਨੇ ਅੱਗੋਂ ਜਿਹੜਾ ਡਰਾਈਵਰ ਨਾਲ ਸੀਗਾ ਉਹਨੂੰ ਕਹਿਤਾ ਦਾਰੂ ਪੀ ਕੇ ਇੱਥੇ ਸਾਈਨ ਕਰ ਦੇ ਵੀ ਇਹਦੀ ਲੱਤ ਕੱਟ ਦਿਓ। ਨਾਲੇ ਕਿ ਲੱਤ ਨਾਲ ਹੀ ਸੀ, ਪੈਰ ਲੰਬਾਈ ਉਹ ਠੀਕ ਹੋ ਜਾਣੀ ਸੀਗੀ। ਮੇਰੇ ਆਪਣੇ ਯਾਰ ਦੋਸਤ ਸੀਗੇ ਜਿਹੜੇ ਮੁੰਡੇ ਇੱਥੇ ਪਾਸਪੋਰਟ ਦਫ਼ਤਰੋਂ ਬਦਲ ਕੇ ਗਏ ਸੀਗੇ। ਸੂਬਾ ਸਿੰਘ ਸੀਗਾ ਹਰਿਆਣਵੀ ਉੱਥੇ। ਉਹ ਕਹਿੰਦਾ ਭੈਣ ਚੋ ਸਾਨੂੰ ਪਤਾ ਨਹੀਂ ਲੱਗਾ, ਇੱਥੇ ਸਵਾਏ ਮਾਨ ਸਿੰਘ ਹਸਪੀਟਲ ਦੇ ਵਿੱਚ ਅਸੀਂ ਤੇਰਾ ਇਲਾਜ ਕਰਵਾ ਕੇ ਤੇ ਇੱਥੋਂ ਲੱਤ ਦੀ ਸੀ ਉੱਦਾਂ ਹੀ ਠੀਕ ਹੋ ਜਾਣੀ ਸੀ। ਇਹ ਇਹਨਾਂ ਨੇ ਉੱਥੇ ਜਾ ਕੇ ਅਲਵਰੀ ਜਾ ਕੇ ਡਾਕਟਰਾਂ ਨੂੰ ਪੈਸੇ ਦੇ ਕੇ ਉਹ ਕਹਿੰਦੇ ਲੱਤ ਕੱਟ ਦਿਓ। ਨਹੀਂ, ਉਹ ਤਾਂ ਕੋਈ ਇਨਫੈਕਸ਼ਨ ਵਗੈਰਾ ਫੈਲ ਗਈ ਹੋਊਗੀ ਨਾ, ਉਹਨਾਂ ਨੂੰ ਲੱਤ ਤੁਹਾਡੀ ਕੱਟਣ ਦੇ ਵਿੱਚ ਉਹਨਾਂ ਨੂੰ ਕੀ ਫਾਇਦਾ ਹੋਣਾ ਸੀ? ਫਾਇਦਾ ਤਾਂ ਕੋਈ ਨਹੀਂ ਹੈ, ਤਾਂ ਜ਼ਹਿਰ ਫੈਲ ਗਈ ਸੀ। ਉਹ ਤਾਂ ਫਿਰ ਇਸੇ ਕਰਕੇ ਹੋਇਆ ਨਾ ਵੀ ਉਹਨਾਂ ਨੇ ਕਿਹਾ ਵੀ ਤੁਹਾਡੇ ਸਾਰੇ ਸਰੀਰ 'ਚ ਫੈਲ ਜੂਗਾ। ਉਹ ਤਾਂ ਚਲੋ ਉਹਨਾਂ ਨੇ ਇੱਕ ਹਿਸਾਬ ਨਾਲ ਤੁਹਾਨੂੰ ਬਚਾਇਆ ਹੀ। ਹਾਂਜੀ। ਤੇ ਹੁਣ ਕਦੀ ਫਿਰ ਭਰਾ ਨੇ ਨਾ ਕਦੀ ਸਾਰ ਲਈ ਤੁਹਾਡੀ, ਨਾ ਭੈਣਾਂ ਨੇ ਸਾਰ ਲਈ ਆ ਕੇ? ਨਹੀਂ, ਭੈਣਾਂ ਤਾਂ ਹੁੰਦੀਆਂ। ਅੱਛਾ, ਇੱਕ ਚੰਡੀਗੜ੍ਹ ਵਾਲੇ ਤੇ ਆਦਮਪੁਰ ਵਾਲੇ ਆਉਂਦੇ ਨੇ? ਚੰਡੀਗੜ੍ਹ ਤੇ ਆਦਮਪੁਰ ਵਾਲੀ। ਹੁਸ਼ਿਆਰਪੁਰ ਵਾਲੀ ਨਹੀਂ ਆਉਂਦੀ? ਉਹਨਾਂ ਕੈਨੇਡਾ ਵਾਲੀ ਭੈਣ ਨਾਲ ਹੁੰਦੀ ਗੱਲ ਤੁਹਾਡੀ? ਇੰਗਲੈਂਡ 'ਚ। ਤੇ ਇੰਗਲੈਂਡ ਵਾਲੀ ਨਾਲ? ਉਹਨਾਂ ਦਾ ਹੁੰਦੀ ਗੱਲਬਾਤ। ਤੇ ਕਦੀ ਪੈਸੇ ਪੂਸੇ ਭੇਜਦੇ ਹੋ ਇੱਧਰ ਫਿਰ? ਮੰਮੀ ਅੱਗੇ ਭੇਜ ਦਿੰਦੇ ਹੁੰਦੇ 100 ਪੌਂਡ। ਉਹ ਬਾਹਰ ਦੇ ਦਿੰਦਾ ਹੁੰਦਾ ਰੋਟੀ ਖਾਣ ਦੀ। ਤੁਹਾਡਾ ਫਿਰ ਰੋਟੀ ਪਾਣੀ ਹੁਣ ਕਿਵੇਂ ਚੱਲਦਾ? ਤੁਸੀਂ ਹੁਣ ਕੋਈ ਕੰਮ ਕੁਮ ਕਰਦੇ ਹੋ ਕਿਤੇ? ਕੰਮ ਕਰਦੇ ਕਿਤੇ ਤੁਸੀਂ? ਹੁਣ ਤਾਂ ਕੁਝ ਨਹੀਂ ਹੋਣਾ, ਸਾਹਮਣੇ ਆ ਵਿਚਾਰਾ ਰੋਜ਼ ਦੇ 50 ਰੁਪਏ ਦੇ ਦਿੰਦਾ। 14 ਹੀ ਦੇ ਦਿੰਦੇ? SDO ਲੱਗਾ ਬਿਜਲੀ ਬੋਰਡ 'ਚ। ਤਾਂ ਹੁਣ ਜਿਵੇਂ ਤੁਸੀਂ 3 ਰੋਜ਼ ਅਖਬਾਰਾਂ ਪੜ੍ਹਦੇ ਹੋ, ਰੋਟੀ ਪਾਣੀ ਵੀ 3 ਟਾਈਮ ਖਾਣੀ ਆ, ਤੇ ਫਿਰ ਉਹ 50 ਰੁਪਈਆਂ 'ਚ ਸਰ ਜਾਂਦਾ ਤੁਹਾਡਾ? ਅਖਬਾਰਾਂ ਦੇ ਪੈਸੇ ਤਾਂ ਦੇ ਜਾਂਦੇ। ਅੱਛਾ। ਅਜੇ ਦੀ ਬੇਟਾਈ ਦੁਕਾਨ 'ਤੇ ਉਹ ਆਦਮਪੁਰੋਂ ਪੈਸੇ ਭੇਜ ਦਿੰਦੇ 100 ਰੁਪਏ। ਅੱਛਾ, ਉਹ ਆਪੇ ਦੇ ਦਿੰਦੇ ਨੇ? ਆਦਮਪੁਰ ਛੋਟੀ ਭੈਣ ਜਿਹੜੀ ਹੈ, ਮੈਂ ਉਹ ਅਖਬਾਰਾਂ ਦੇ ਆਪੇ ਕਟਾ ਦਿੰਦਾ। ਤੇ ਹੁਣ ਬਸ ਉੱਥੇ ਬੈਠਾ ਹੈਗਾ, ਹੁਣ ਉਹਨੇ ਆ ਜਾਣਾ ਉੱਥੋਂ। ਅੱਛਾ, ਇੱਥੋਂ ਤੁਸੀਂ ਇੱਥੇ ਹੀ ਰਹਿੰਦੇ ਹੋ? ਇੱਥੇ ਇਸੇ ਜਗ੍ਹਾ 'ਤੇ ਹੀ ਰਹਿੰਦੇ ਹੋ? ਇੱਥੇ ਪੈਂਦੇ ਹੋ ਰਾਤ ਨੂੰ ਵੀ? ਹੁਣ ਦੁਕਾਨ ਖੋਲ੍ਹਣੀ ਆ, ਉਹਨੇ 2 ਵਜੇ ਆ ਕੇ ਉਹਨੇ ਚਾਹ ਚੂ ਉਹ ਵਿਚਾਰਾ ਪਿਲਾ ਦਿੰਦਾ ਹੈ, ਜਾਂ ਡਾਕਟਰ ਉਹਨੇ ਪਿਲਾ ਦਿੰਦੇ ਆ। ਧੰਨਵਾਦ ਗੱਲਬਾਤ ਕਰਨ ਲਈ। ਸੋ ਘਰੇਲੂ ਮਸਲਾ ਇੱਕ ਤਾਂ ਇਹਨਾਂ ਦਾ, ਉਹਦੇ ਵਿੱਚ ਅਸੀਂ ਨਹੀਂ ਪੈਂਦੇ ਕਿਉਂਕਿ ਇਹਨਾਂ ਦੇ ਜਵਾਈ ਹੋਣਾ ਦੇ ਨਾਲ ਵੀ ਅਸੀਂ ਗੱਲ ਕੀਤੀ ਸੀ ਤਾਂ ਉਹਨਾਂ ਨੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਇਹਨਾਂ ਤੇ ਲਾਏ। ਉਹਨਾਂ ਨੇ ਵੀ ਇਹੀ ਗੱਲ ਆਖੀ ਕਿ ਇਹਨਾਂ ਦਾ ਘਰੇਲੂ ਮਸਲਾ ਚੱਲ ਰਿਹਾ ਹੈ ਜਾਇਦਾਦ ਨੂੰ ਲੈ ਕੇ, ਕਿਉਂਕਿ ਇਸੇ ਕਲੋਨੀ ਦੇ ਵਿੱਚ ਇਹਨਾਂ ਦੀ ਕੋਠੀ ਆ, ਉਹ ਕਰੀਬ 1 ਕਰੋੜ ਰੁਪਏ ਦੀ ਕੋਠੀ ਹੈਗੀ ਹੈ ਇਸ ਜਗ੍ਹਾ ਦੇ ਵਿੱਚ। ਤੇ ਇਸ ਮਸਲੇ ਦੇ ਵਿੱਚ ਅਸੀਂ ਨਹੀਂ ਪੈਂਦੇ। ਪਰ ਇੱਕ ਗੱਲ ਕਿਸਮਤ ਦੀ ਮਾਰ ਇਹ ਦੇਖੋ ਕਿ 6 ਸਾਲ 8 ਸਾਲ ਇੰਗਲੈਂਡ ਦੇ ਵਿੱਚ ਲਾਏ, ਸਰਕਾਰੀ ਨੌਕਰੀ ਇੱਥੇ ਕਰਦੇ ਸੀਗੇ, ਸਰਕਾਰੀ ਨੌਕਰੀ ਛੱਡ ਕੇ ਬਾਹਰ ਗਏ, ਪਰ ਬਾਹਰੋਂ ਵੀ ਆ ਕੇ ਇੱਥੇ ਪਰਿਵਾਰਕ ਝਗੜੇ ਹੋਏ ਤਾਂ ਪਿਛਲੇ 10 ਸਾਲਾਂ ਤੋਂ ਹੀ ਇਸ ਜਗ੍ਹਾ ਦੇ ਉੱਪਰ ਰਹਿ ਰਹੇ ਨੇ। ਸਵੇਰੇ ਉੱਠ ਕੇ ਇੱਥੋਂ ਚਲੇ ਜਾਂਦੇ ਨੇ ਬਾਹਰ, ਇੱਥੇ ਜਲੰਧਰ ਬੱਸ ਸਟੈਂਡ ਦੇ ਕੋਲ, ਉੱਥੇ ਸਾਰੀ ਦਿਹਾੜੀ ਕੱਢਦੇ ਨੇ ਤਾਂ ਰਾਤ ਨੂੰ ਫਿਰ ਇਸੇ ਪਾਰਕ 'ਚ ਆ ਕੇ ਪੈਂਦੇ ਨੇ। ਕਰੀਬ 10 ਸਾਲ ਹੋ ਗਏ ਇਸੇ ਤਰੀਕੇ ਨਾਲ ਤੁਰਦਿਆਂ ਨੂੰ। ਕਿਸਮਤ ਦੀ ਮਾਰ ਦੇਖੋ ਕਿ ਜਦੋਂ ਪੈਂਦੀ ਆ ਤਾਂ ਬੰਦਾ ਫਰਸ਼ੋਂ ਅਰਸ਼ ਤੇ ਉੱਪਰ ਕਿਵੇਂ ਆਉਂਦਾ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।